ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MK ਗੁਰਬਾਣੀ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਕੁਤਬਦੀਨ ਨੂੰ ਕੀ ਅਤੇ ਕਿਵੇਂ ਸਿੱਖਿਆ ਦਿੱਤੀ। ਜਦੋਂ ਗੁਰੂ ਨਾਨਕ ਜੀ ਦੀ ਸਿੱਖਿਆ ਖਤਮ ਹੋਈ ਤਾਂ ਗੁਰੂ ਨਾਨਕ ਜੀ ਸਾਧ ਸੰਤਾਂ ਦੇ ਕੋਲ ਘੁੰਮਣ ਲੱਗੇ। ਆਪਣੇ ਦਾਨੀ ਸੁਭਾਅ ਦੇ ਕਾਰਨ ਘਰ ਵੱਲੋਂ ਲਿਆਂਦੀਆਂ ਗਈਆਂ ਵਸਤੂਆਂ ਨੂੰ ਉਹ ਜ਼ਰੂਰਤਮੰਦ ਲੋਕਾਂ ਨੂੰ ਦੇ ਦਿੰਦੇ ਸਨ, ਜਿਸ ਕਾਰਨ ਪਿਤਾ ਕਾਲੂ ਜੀ ਨਾਨਕ ਜੀ ਉੱਤੇ ਕਦੇ-ਕਦੇ ਨਾਰਾਜ਼ ਹੁੰਦੇ ਸਨ ਅਤੇ ਕਹਿੰਦੇ ਸਨ ਕਿ ਕਿਸ ਤਰ੍ਹਾਂ ਦਾ ਪੁੱਤਰ ਹੈ। ਸਾਰਿਆਂ ਦੇ ਪੁੱਤਰ ਕੁਝ ਕੰਮਕਾਜ ਕਰਦੇ ਹਨ ਅਤੇ ਇੱਕ ਤੂੰ ਹੈ ਘਰ ਦੀਆਂ ਵਸਤੂਆਂ ਹੀ ਲੁਟਾ ਦਿੰਦਾ ਹੈ। ਇਹ ਸਭ ਕਦੋਂ ਤੱਕ ਚੱਲੇਗਾ। ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ ਰਹਿੰਦੇ ਸਨ। ਨਾਨਕ ਜੀ ਉੱਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਸੀ। ਉਹ ਅਕਸਰ ਆਪਣੇ ਸਾਥੀ ਬੱਚਿਆਂ ਦੇ ਨਾਲ ਦੂਰ-ਦੂਰ ਮਹਾਤਮਾਵਾਂ ਦੀ ਤਲਾਸ਼ ਵਿੱਚ ਘੁੰਮਣ ਚਲੇ ਜਾਂਦੇ। ਉੱਥੇ ਉਹਨਾਂ ਵੱਲੋਂ ਆਤਮਕ ਵਿਚਾਰ ਕਰਦੇ ਅਤੇ ਜੋ ਕੁਝ ਵੀ ਕੋਲ ਹੁੰਦਾ ਉਹਨਾਂ ਨੂੰ ਦੇ ਆਉਂਦੇ। ਇਹ ਵੇਖ ਕੇ ਪਿਤਾ ਕਾਲੂ ਜੀ ਨਾਨਕ ਜੀ ਉੱਪਰ ਹੋਰ ਨਾਰਾਜ਼ ਰਹਿਣ ਲੱਗੇ। ਪਰ ਨਾਨਕ ਜੀ ਉਹਨਾਂ ਦਾ ਇਕਲੌਤਾ ਪੁੱਤਰ ਸੀ। ਨਾਰਾਜ਼ ਤਾਂ ਹੁੰਦੇ ਸਨ, ਕੁਝ ਜ਼ਿਆਦਾ ਨਹੀਂ ਸਨ ਕਹਿੰਦੇ। ਉਂਝ ਵੀ ਨਾਨਕ ਜੀ ਦੀ ਉਮਰ 12 ਸਾਲ ਦੀ ਹੀ ਸੀ, ਇਸ ਲਈ ਉਹਨਾਂ ਨੂੰ ਕਿਸੇ ਕੰਮ ਧੰਦੇ ਉੱਤੇ ਤਾਂ ਨਹੀਂ ਲਗਾਇਆ ਜਾ ਸਕਦਾ ਸੀ। ਘਰ ਵਿੱਚ ਕਿਸੇ ਪ੍ਰਕਾਰ ਵੱਲੋਂ ਪੈਸਾ ਸੰਪਦਾ ਦੀ ਕੋਈ ਕਮੀ ਨਹੀਂ ਸੀ, ਹਰ ਪ੍ਰਕਾਰ ਦੀ ਸੁੱਖ ਸੁਵਿਧਾ ਸੀ। ਪਰ ਇੱਕ ਦਿਨ ਨਾਨਕ ਜੀ ਨੇ ਘਰ ਵੱਲੋਂ ਲਿਆਏ ਚਾਂਦੀ ਦੇ ਲੋਟੇ ਨੂੰ ਇੱਕ ਸੰਨਿਆਸੀ ਨੂੰ ਦੇ ਦਿੱਤਾ ਤਾਂ ਇਸ ਗੱਲ ਨੂੰ ਲੈ ਕੇ ਪਿਤਾ ਕਾਲੂ ਜੀ ਬਹੁਤ ਵਿਆਕੁਲ ਹੋਏ। ਜਦੋਂ ਇਹ ਗੱਲ ਨਵਾਬ ਰਾਏ ਬੁਲਾਰ ਜੀ ਨੂੰ ਗਿਆਤ ਹੋਈ ਤਾਂ ਉਸਨੇ ਕਾਲੂ ਜੀ ਨੂੰ ਸਲਾਹ ਦਿੱਤੀ ਕਿ ਬੱਚੇ ਨੂੰ ਬਿਨਾਂ ਕਾਰਨ ਇੱਧਰ ਉੱਧਰ ਘੁੰਮਣ ਵੱਲੋਂ ਤਾਂ ਚੰਗਾ ਹੈ, ਉਸ ਨੂੰ ਮੌਲਵੀ ਕੁਤਬਦੀਨ ਦੇ ਕੋਲ ਫਾਰਸੀ ਪੜ੍ਹਨ ਲਈ ਭੇਜ ਦਿਓ। ਉੱਥੇ ਜਦੋਂ ਆਪਣਾ ਧਿਆਨ ਪੜ੍ਹਾਈ ਵਿੱਚ ਲਗਾਵੇਗਾ ਤਾਂ ਇੱਕ ਤਾਂ ਇਲਮ ਹਾਸਲ ਹੋਵੇਗਾ, ਦੂਸਰਾ ਤੁਹਾਡੀ ਵੀ ਸਮੱਸਿਆ ਹੱਲ ਹੋ ਜਾਵੇਗੀ। ਪਿਤਾ ਜੀ ਨੂੰ ਇਹ ਗੱਲ ਬਹੁਤ ਚੰਗੀ ਲੱਗੀ। ਉਹਨਾਂ ਨੇ ਦੂਜੇ ਹੀ ਦਿਨ ਨਾਨਕ ਜੀ ਨੂੰ ਮੁੱਲਾ ਦੇ ਮਦਰਸੇ ਵਿੱਚ ਭੇਜ ਦਿੱਤਾ। ਫਿਰ ਕੀ ਸੀ, ਨਾਨਕ ਜੀ ਉੱਥੇ ਫਾਰਸੀ ਬਹੁਤ ਚਾਅ ਨਾਲ ਸਿੱਖਣ ਲੱਗੇ। ਮੌਲਵੀ ਜੀ ਉਹਨਾਂ ਦੇ ਤੇਜ਼ ਦਿਮਾਗ ਨੂੰ ਵੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਨਾਨਕ ਜੀ ਬਾਰੇ ਜੋ ਸੁਣਿਆ ਸੀ ਉਹਨਾਂ ਨੂੰ ਵੈਸਾ ਹੀ ਪਾਇਆ। ਇਸ ਤਰ੍ਹਾਂ ਉਹ ਨਾਨਕ ਜੀ ਵੱਲ ਵਿਸ਼ੇਸ਼ ਧਿਆਨ ਦੇਣ ਲੱਗ ਪਏ। ਜਲਦੀ ਹੀ ਨਾਨਕ ਜੀ ਇੱਕ ਬਾਅਦ ਕਿਤਾਬਾਂ ਪੜ੍ਹਨ ਲੱਗੇ। ਇਸ ਤਰ੍ਹਾਂ ਨਾਨਕ ਜੀ ਨੇ 1 ਸਾਲ ਦੇ ਅੰਦਰ ਹੀ ਉਹ ਸਭ ਕੁਝ ਹਾਸਲ ਕਰ ਲਿਆ ਜੋ ਦੂਜੇ ਸ਼ਾਗਿਰਦ ਹਾਸਲ ਨਹੀਂ ਕਰ ਪਏ। ਇੱਕ ਦਿਨ ਮੌਲਵੀ ਜੀ ਨੇ ਨਾਨਕ ਜੀ ਦੀ ਪ੍ਰੀਖਿਆ ਲੈਣ ਦੀ ਸੋਚੀ। ਉਹਨਾਂ ਨੇ ਨਾਨਕ ਜੀ ਨੂੰ ਕੋਈ ਸ਼ੇਰ ਲਿਖਣ ਨੂੰ ਕਹਾ। ਫੇਰ ਕੀ ਸੀ, ਨਾਨਕ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਉਹ ਇਸ ਤਰ੍ਹਾਂ ਹੈ। ਜਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਰੀਬ ਕਰੀਮ ਤੂੰ ਬੇਐਬ ਪਰਵਦਗਾਰ, ਜੋ ਕਿ ਰਾਗ ਤਿਲੰਗ ਅੰਗ 721 ਵਿੱਚ ਹੈ। ਇਸ ਦੇ ਅਰਥ ਹਨ, ਹੇ ਮੇਰੇ ਸਾਹਿਬਾ, ਹੇ ਮੇਰੇ ਭਗਵਾਨ, ਤੁਹਾਡੇ ਅੱਗੇ ਮੇਰੀ ਇੱਕ ਅਰਦਾਸ ਹੈ। ਤੂੰ ਹੀ ਸਭ ਦਾ ਕਰਤਾ ਹੈ, ਮਨੁੱਖ ਐਬ ਦੀ ਖਾਨ ਹੈ, ਪਰ ਤੂੰ ਬੇਦਾਗ ਹੈ, ਬੇਅੰਤ ਹੈ, ਸਭ ਦਾ ਰਿਜ਼ਕ ਦਾਤਾ ਹੈ ਅਤੇ ਤੁਹਾਡੇ ਬਿਨਾਂ ਮੈਨੂੰ ਕੋਈ ਦੂਜਾ ਦਿਖਾਈ ਨਹੀਂ ਦਿੰਦਾ। ਇਹ ਸ਼ਬਦ ਸੁਣ ਕੇ ਮੌਲਵੀ ਜੀ ਹੈਰਾਨ ਰਹਿ ਗਏ। ਉਹਨਾਂ ਨੇ ਸੋਚਿਆ ਸ਼ਾਇਦ ਨਾਨਕ ਜੀ ਨੇ ਕਿਤੋਂ ਪੜ੍ਹ ਕੇ ਸ਼ਬਦ ਯਾਦ ਰੱਖਿਆ ਹੋਵੇਗਾ ਔਰ ਉਹਨਾਂ ਨੇ ਫਿਰ ਕਹਾ, ਨਾਨਕ ਹੋਰ ਸ਼ਬਦ ਸੁਣਾਓ। ਤਾਂ ਨਾਨਕ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮਸਰ ਮੁਏ ਅਜਰਾਇਲ, ਗਿਰਫਤੈ ਦਿਲ ਹੇਚ ਨਾਦਾਨੀ, ਜਿਸ ਦੇ ਅਰਥ ਹਨ, ਇਹ ਸੰਸਾਰ ਨਾਸ਼ਵਾਨ ਹੈ, ਇਸ ਲਈ ਮੈਂ ਦਿਲ ਦਾ ਹਾਲ ਕਿਸ ਵੱਲੋਂ ਕਹਾਂ। ਮੌਤ ਦੇ ਫਰਿਸ਼ਤੇ ਨੇ ਸਭ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ, ਪਤਾ ਨਹੀਂ ਉਹ ਕਦੋਂ ਕਿਸੇ ਨੂੰ ਚੁੱਕ ਕੇ ਲੈ ਜਾਵੇ। ਮੌਲਵੀ ਨੂੰ ਇਹ ਸ਼ਬਦ ਸੁਣਦੇ ਹੀ ਗਿਆਨ ਹੋ ਗਿਆ ਔਰ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਨਿਮਰਤਾ ਸਹਿਤ ਖਲੋ ਗਿਆ ਅਤੇ ਗੁਰੂ ਨਾਨਕ ਜੀ ਨੂੰ ਕਹਾ, ਤੈਨੂੰ ਤਾਂ ਸਾਰਾ ਹੀ ਗਿਆਨ ਹੈ। ਮੈਂ ਤੈਨੂੰ ਕੀ ਪੜ੍ਹਾਵਾਂ। ਕਿ ਜਿਨ ਕੁਝ ਆਭਾਸ ਹੁੰਦਾ ਸੀ ਕਿ ਉਸ ਦਾ ਭਰਾ ਨਾਨਕ ਈਸ਼ਵਰ ਦਾ ਭੇਜਿਆ ਹੋਇਆ ਕੋਈ ਦਿਵਿਆ ਪੁਰਖ ਹੈ, ਪਰ ਉਹ ਇਹ ਗੱਲ ਪਿਤਾ ਅੱਗੇ ਜ਼ਾਹਰ ਨਹੀਂ ਕਰ ਪਾਉਂਦੀ। ਬਸ ਪਿਤਾ ਨੂੰ ਸਮਝਾਉਣ ਲਈ ਕਹਿ ਦਿੰਦੀ, ਪਿਤਾ ਜੀ, ਨਾਨਕ ਦਾ ਮਨ ਬਹਿਲਾਉਣ ਲਈ ਇਸ ਨੂੰ ਕਿਸੇ ਕੰਮ ਵਿੱਚ ਪਾ ਦਿਓ ਤਾਂ ਸਭ ਠੀਕ ਹੋ ਜਾਏਗਾ। ਪਿਤਾ ਕਾਲੂ ਜੀ ਕਹਿੰਦੇ, ਗੱਲ ਠੀਕ ਹੈ, ਪਰ ਮੁੰਡੇ ਨੂੰ 13 ਸਾਲ ਦੀ ਉਮਰ ਵਿੱਚ ਕਿਸ ਕੰਮ ਲਗਾਵਾਂ। ਅਗਲੇ ਦਿਨ ਪਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਸੱਦ ਕੇ ਕਹਾ, ਅੱਜ ਤੋਂ ਮਵੇਸ਼ੀਆਂ ਨੂੰ
ਚਰਾਗਾਹ ਵਿੱਚ ਲੈ ਜਾਇਆ ਕਰੇਗਾ। ਤਾਂ ਨਾਨਕ ਜੀ ਨੇ ਕਹਾ, ਤੁਸੀਂ ਜੋ ਆਗਿਆ ਦੇਵੋਗੇ ਮੈਂ ਉਹੀ ਕਰਾਂਗਾ। ਅਤੇ ਉਸ ਦਿਨ ਤੋਂ ਮਵੇਸ਼ੀਆਂ ਨੂੰ ਨਾਲ ਲੈ ਕੇ ਨਾਨਕ ਜੀ ਚਰਾਗਾਹ ਵਿੱਚ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਦੇ ਨਵੇਂ ਹਨ ਚੈਨਲ ਨੂੰ ਸਬਸਕ੍ਰਾइब भी कर लेना। और अगर कोई त्रुटि हो गई होवे तो माफ़ करना। और अपने विचार कमेंट करके जरूर शेयर करना। और कमेंट विच धन गुरु नानक जी जां वाहिगुरू जरूर लिखना। वाहिगुरू जी का खालसा, वाहिगुरू जी की फतेह।